12वीं क्लास में 80% नंबर लेकर आया जी मेरा बेटा, विदाउट कोचिंग के, क्योंकि मेरे पास कोचिंग का पैसा भी नहीं था। उस टाइम पे 4th क्लास में था मैं। 4th क्लास रहते हुए 750 रुपये का मेरा एक बेसिक था मेरा, डे मिलाकर मतलब 1100-1200 रुपये मुझे मिलते थे महीने के। उधार लिया, बैंकों से भी मतलब पैसा उठाया, अपना पर्सनल लोन लिया ताकि मेरा बेटा मतलब आगे बढ़े। लेकिन मेरे बेटे ने कभी पीछे मुड़ के नहीं देखा। एक बेटा बीमार हो गया और मतलब बाप के दिल पे क्या गुजरती है। मेरे पास मतलब पैसे भी नहीं थे उस टाइम पे। मैंने किसी से मतलब 5000 रुपये उधार लिए। उधार लेकर रात को ही मतलब प्राइवेट एक गाड़ी को फ़ोन किया। मैं कहा भाई अच्छी सी बात है, मेरा बेटा बीमार है, वहाँ पर चल रहा है। अचानक ही 12 तारीख पे ड्यूटी पे था, 12 घंटे बाद ही मेरा बेटा मेरी आंखों के सामने बोलता बोलता पापा पापा कि लास्ट आवाज़ उनकी पापा ही थी। वो भी आवाज़ मेरे कानों में गूंजती है जब भी मतलब वो होता है। ਸਤਿ ਸ਼੍ਰੀ ਅਕਾਲ ਜੀ, ਮੈਂ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ, ਕਰੋਨਾ ਮਹਾਮਾਰੀ ਇਸ ਵਕਤ ਆਪਣੇ ਚਰਮ ਤੇ ਔਰ ਪੈਰ ਪਸਾਰ ਚੁੱਕੀ ਹੈ। ਇਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈ ਜਾਨਾਂ ਗਵਾ ਰਹੇ ਹੈ। ਉੱਥੇ ਹੀ ਬਹੁਤ ਸਾਰੇ ਲੋਕ ਅਜਿਹੇ ਹੈ ਜਿਹੜੇ ਲੋਕਾਂ ਦੀ ਜਾਨ ਬਚਾਉਣ ਦਾ ਕੰਮ ਕਰ ਰਹੇ ਹੈ, ਜਿਨ੍ਹਾਂ ਨੂੰ ਕਿ ਫਰੰਟ ਲਾਈਨ ਵਾਰੀਅਰਸ ਕਿਹਾ ਜਾ ਰਿਹਾ, ਜਿਸ ਦੇ ਵਿੱਚ ਕਿ ਡਾਕਟਰ, ਸਫਾਈ ਕਰਮੀ, ਨਰਸਿੰਗ ਸਟਾਫ, ਪੁਲਿਸ ਸਟਾਫ ਤੇ ਪੱਤਰਕਾਰ ਸਟਾਫ, ਇਹ ਸਾਰਿਆਂ ਨੂੰ ਫਰੰਟ ਲਾਈਨ ਵਾਰੀਅਰਸ ਕਿਹਾ ਜਾ ਰਿਹਾ। ਉੱਥੇ ਹੀ ਜੇਕਰ ਡਾਕਟਰਾਂ ਦੀ ਗੱਲ ਕਰ ਲਈਏ, ਡਾਕਟਰ ਸਭ ਤੋਂ ਮੁੱਢਲੀ ਕਤਾਰ ਦੇ ਵਿੱਚ ਖੜ੍ਹੇ ਹੈ, ਕਿਉਂਕਿ ਇੱਕ ਡਾਕਟਰ ਸਿੱਧੇ ਤੌਰ 'ਤੇ ਕਰੋਨਾ ਮਰੀਜ਼ ਦਾ ਇਲਾਜ ਕਰਨ ਦੇ ਲਈ ਉਹਦੇ ਸੰਪਰਕ ਦੇ ਵਿੱਚ ਆਉਂਦਾ ਅਤੇ ਇਲਾਜ ਦੇ ਵਿੱਚ ਦਿਨ ਰਾਤ ਜੁਟਿਆ ਹੋਇਆ, ਕਿਉਂਕਿ ਡਾਕਟਰ ਆਪਣੀ ਸੇਵਾ ਲਈ ਹੀ ਜਾਣੇ ਜਾਂਦੇ ਆ। ਸੋ ਇੱਥੇ ਹੀ ਗੱਲ ਕਰ ਲਈਏ ਕਿ ਬੀਤੇ ਦਿਨੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਇੱਕ ਡਾਕਟਰ ਨੇ ਕਰੋਨਾ ਕਰਕੇ ਆਪਣੀ ਜਾਨ ਗਵਾ ਲਈ। ਸੋ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ, ਕਰੋਨਾ ਵਾਇਰਸ ਦੀ ਗੱਲ ਕੀਤੀ ਜਾਂਦੀ ਆ, ਔਰ ਉਸ ਡਾਕਟਰ ਨੂੰ ਲੈ ਕੇ ਉਸੇ ਹਸਪਤਾਲ ਦੇ ਮੁਖੀ ਇੱਕ ਡਾਕਟਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਗਈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਡਾਕਟਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਔਰ 1 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਮੁਆਵਜ਼ੇ ਵਜੋਂ ਇਸ ਦੇ ਪਰਿਵਾਰ ਨੂੰ ਦਿੱਤੀ ਜਾਵੇ, ਕਿਉਂਕਿ ਇੱਕ ਡਾਕਟਰ ਬਣਨਾ ਕੋਈ ਸੌਖਾ ਕੰਮ ਨਹੀਂ ਹੈ। ਫਿਰ ਡਾਕਟਰ ਜਿਹੜੇ ਹੈ ਲੋਕਾਂ ਦੇ ਲਈ ਸਾਰਾ ਦਿਨ ਰਾਤ ਕੰਮ ਕਰਦੇ ਆ। ਸੋ ਇਹ ਗੱਲ ਹੈ ਕੱਲ੍ਹ ਜਾਂ ਪਰਸੋਂ ਦੀ, ਪਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 6 ਮਹੀਨੇ ਪਹਿਲਾਂ ਹੋਏ ਇੱਕ ਡਾਕਟਰ ਦੀ ਮੌਤ ਦੀ, ਜੋ ਕਿ ਪਟਿਆਲਾ ਤੋਂ ਇੱਕ ਗਰੀਬ ਪਰਿਵਾਰ 'ਚੋਂ ਉੱਠ ਕੇ ਆਪਣੀ ਮਿਹਨਤ ਕਰਕੇ ਡਾਕਟਰ ਬਣੇ। ਡਾਕਟਰ ਬਣਨ ਤੋਂ ਬਾਅਦ 5 ਸਾਲ ਉਹਨਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜੀਆਂ ਸੇਵਾਵਾਂ ਨਿਭਾਈਆਂ। ਉਸ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਉਹ ਬਤੌਰ MS ਕੰਮ ਕਰ ਰਹੇ ਸੀ ਔਰ ਕਰੋਨਾ ਵਾਰਡ ਦੇ ਵਿੱਚ ਲੱਗੇ ਹੋਏ ਸੀ ਕਰੋਨਾ ਮਰੀਜ਼ਾਂ ਦੀ ਦੇਖਭਾਲ ਔਰ ਸੇਵਾ ਦੇ ਲਈ। ਉਸ ਦੌਰਾਨ ਉਹਨਾਂ ਨੂੰ ਕਰੋਨਾ ਹੁੰਦਾ ਅਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਪਰਿਵਾਰ 2 ਕਮਰਿਆਂ ਦੇ ਮਕਾਨ ਦੇ ਵਿੱਚ ਰਹਿੰਦਾ। 4th ਕਲਾਸ ਵਰਗ ਦੇ ਵਿੱਚ ਉਹਨਾਂ ਦੇ ਪਿਤਾ ਜੀ ਕੰਮ ਕਰਦੇ ਆ। ਉਹਨਾਂ ਨੇ ਆਪਣਾ ਪੇਟ ਕੱਟ ਕੇ, ਘੱਟ ਕੱਪੜੇ ਪਾ ਕੇ, ਆਪਣੇ ਸਾਰੇ ਅਰਮਾਨ ਛੱਡ ਕੇ ਆਪਣੇ ਬੇਟੇ ਨੂੰ ਪੜ੍ਹਾਉਣ ਦੇ ਲਈ ਜੱਦੋ ਜਹਿਦ ਕੀਤੀ, ਦਿਨ ਰਾਤ ਕਰ ਦਿੱਤਾ। ਉੱਥੇ ਬੇਟਾ ਵੀ ਇੰਨਾ ਮਿਹਨਤੀ ਸੀ ਕਿ ਉਹਨੇ ਸਾਰੀ ਰਾਤ ਜਾਗ ਜਾਗ ਕੇ ਆਪਣੀ ਪੜ੍ਹਾਈ ਨੂੰ ਫੁੱਲ ਚਾੜੇ ਅਤੇ ਉਸ ਦੇ ਵਿੱਚ ਮਹਾਰਤ ਹਾਸਲ ਕੀਤੀ ਅਤੇ ਡਾਕਟਰ ਬਣ ਕੇ ਆਪਣੇ ਮਾਂ ਬਾਪ ਦਾ ਸੁਪਨਾ ਪੂਰਾ ਕਰਨ ਲਈ ਤਿਆਰ ਸੀ। ਹਲੇ ਸੁਪਨਾ ਪੂਰਾ ਹੋਣਾ ਸੀ, ਬੂਟੇ ਨੂੰ ਫਲ ਲੱਗਣੇ ਸੀ, ਪਰ ਉਸ ਤੋਂ ਪਹਿਲਾਂ ਆਉਣ ਆਈ ਮੌਤ, ਜਿਸ ਤਰ੍ਹਾਂ ਕਿ ਕਰੋਨਾ, ਉਸ ਨੇ ਉਸ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਮੈਂ ਗੱਲ ਕਰ ਰਿਹਾ ਡਾਕਟਰ ਅੰਕਿਤ ਦੀ। ਸੋ ਗੱਲ ਕਰਾਂਗੇ ਉਹਨਾਂ ਦੇ ਪਿਤਾ ਦੇ ਨਾਲ, ਕਿਉਂਕਿ ਇੱਕ ਪਿਤਾ ਦੇ ਲਈ ਇਸ ਤੋਂ ਵੱਡਾ ਦੁੱਖ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਦਾ ਕਿ ਇੱਕ ਪੁੱਤ ਨੂੰ ਪਾਲ ਪੋਸ ਕੇ ਵੱਡਾ ਕੀਤਾ, ਪੇਟ ਕੱਟ ਕੱਟ ਕੇ ਉਸ ਨੂੰ ਪੜ੍ਹਾਇਆ, ਅਤੇ ਜਦੋਂ ਫਲ ਦੀ ਵਾਰੀ ਆਈ ਅਤੇ ਉਹ ਬੇਟਾ ਰੁਖਸਤ ਹੋ ਜਾਂਦਾ ਜ਼ਮਾਨੇ 'ਚੋਂ। ਸੋ ਗੱਲ ਕਰਦੇ ਹਾਂ ਉਹਨਾਂ ਦੇ ਪਿਤਾ ਜੀ ਨਾਲ। ਕੀ ਕਹਾਂਗੇ ਜੀ, ਹੁਣ ਗੱਲ ਦੀ ਸ਼ੁਰੂਆਤ ਹੀ ਕਰ ਲੈਂਦੇ ਹਾਂ ਵੀ ਕਿਸ ਤਰ੍ਹਾਂ ਪਹਿਲਾਂ ਅੰਕਿਤ ਨੂੰ ਤੁਸੀਂ ਪੜ੍ਹਾ ਲਿਖਾ ਕੇ ਡਾਕਟਰ ਬਣਾਉਂਦੇ ਹੋ? सर, मेरे बेटे का पहले से सपना था। उन्होंने मतलब 12वीं क्लास तक की पढ़ाई KV नंबर 2 DMW पटियाला से की है। और मतलब शुरू से ही मेरा बेटा मतलब अपने क्लास में फर्स्ट नंबर आता था। होशियार बहुत था मेरा बेटा, इतना इंटेलिजेंट था कि उसको कहने की मुझे कभी ज़रूरत नहीं पड़ी कि बेटा आप लोग पढ़ ले। वो खुद ही इतना मेहनती था, खुद ही उसको फिक्र था। उसका एक ही सपना था कि पापा जी मैं एक डॉक्टर बनूंगा। 10th क्लास उसने पास किया है तो उसने चॉइस आ गई कि आप क्या लोगे। उसने कहा पापा जी मैं तो मतलब एक मेडिकल लूँगा। मैंने उसको रोका नहीं, मगर कोई बात नहीं बेटे, ले ले मेडिकल ले ले, अच्छी है जॉब है।
मेडिकल उन्होंने फिर किया है, 12वीं क्लास में 80% नंबर लेकर आया जी मेरा बेटा, विदाउट कोचिंग के, क्योंकि मेरे पास कोचिंग का पैसा भी नहीं था उस टाइम पे, 4th क्लास में था मैं। 4th क्लास रहते हुए 750 रुपये का मेरा एक बेसिक था मेरा, डे मिलाकर मतलब 1100-1200 रुपये मुझे मिलते थे महीने के। उस दौरान मैंने अपने बेटे के लिए रात दिन मतलब यहाँ से वहाँ से, मैं किसी से उधार लिया, बैंकों से भी मतलब पैसा उठाया, अब अपना पर्सनल लोन लिया ताकि मेरा बेटा मतलब आगे बढ़े। लेकिन मेरे बेटे ने कभी पीछे मुड़ के नहीं देखा। मेरा बेटा इतना इंटेलिजेंट था, 1 साल ड्रॉप करने के बाद ही उन्होंने MBBS के लिए नीट का पेपर दिया और उनका नंबर सरकारी राजेंद्र राव हॉस्पिटल में आ गया है, मेडिकल कॉलेज में नंबर आ गया। 5.5 साल यहाँ मतलब MBBS किया उन्होंने। 2020 में ही उन्होंने MD के लिए नीट का पेपर दिया और सेकंड काउंसलिंग ऑल इंडिया नीट में ही उसका नंबर फरीदकोट पट गया। इतना मेहनती था मेरा बेटा, पूरी रात मतलब पढ़ता था, पूरी 24 घंटे मैं किताबों के ऊपर मतलब मुंधा पड़ा रहता था। मतलब भाई हम कहते कि बेटे उठ जाओ, खाना खा लो पापा, कोई बात नहीं मैं खा लूँगा, आप लोग खा लो। हम सो भी जाते थे लेकिन मेरा बेटा कभी नहीं सोता था। 24 घंटे में एक दो ही का घंटे के लिए सोता था, उसके बाद फिर अपनी पढ़ाई में लग जाता था। ਸੋ ਇਸ ਵਕਤ ਜਿਸ ਪਿਤਾ ਦੀ ਤੁਸੀਂ ਆਵਾਜ਼ ਸੁਣ ਰਹੇ ਹੋ, ਅੱਜ ਥਰਥਰਾ ਰਹੀ ਹੈ, ਅੱਖਾਂ ਭਰੀਆਂ ਹੋਈਆਂ ਹੰਝੂਆਂ ਦੇ ਵਿੱਚ ਪਿਤਾ ਬੇਟੇ ਦੀ ਫੋਟੋ ਹੱਥ ਦੇ ਵਿੱਚ ਲੈ ਕੇ ਬੈਠਾ। ਜਦੋਂ ਪਿਤਾ ਦੇ ਮਨ 'ਚ ਅਰਮਾਨ ਸੀ ਕਿ ਮੇਰਾ ਬੇਟਾ ਹੁਣ ਡਾਕਟਰ ਬਣ ਚੁੱਕਿਆ, ਮੈਂ ਹੁਣ ਆਪਣੇ ਸਾਰੇ ਚਾਅ ਪੂਰੇ ਕਰਾਂਗਾ ਜਿਹੜੇ ਉਸ ਵਕਤ ਮਾਰੇ ਗਏ ਜਦੋਂ ਬੇਟੇ ਨੂੰ ਪੜ੍ਹਾਉਣ ਦੇ ਲਈ ਤਸ਼ੱਦਦ ਜਿੱਤੀ ਹੈ, ਮਿਹਨਤ ਕੀਤੀ ਜਾ ਰਹੀ ਸੀ, ਉਦੋਂ ਆਪਣਾ ਢਿੱਡ ਵੀ ਕੱਟਿਆ ਜਾ ਰਿਹਾ ਸੀ। ਪਰਿਵਾਰ ਦੇ ਵਿੱਚ 2 ਬੇਟੀਆਂ, ਮਾਂ ਬਾਪ ਹੈ ਔਰ ਇੱਕ ਹੋਣਹਾਰ ਬੇਟਾ ਸੀ। ਉਸ ਬੇਟੇ ਲਈ ਪੂਰਾ ਪਰਿਵਾਰ ਲੱਗਿਆ ਹੋਇਆ ਸੀ ਔਰ ਬੇਟਾ ਆਪਣੇ ਪਰਿਵਾਰ ਲਈ ਲੱਗਿਆ ਹੋਇਆ ਸੀ। ਅੱਜ ਉਸ ਦੀਆਂ ਭੈਣਾਂ, ਉਸ ਦੀ ਮਾਂ ਨਮ ਅੱਖਾਂ ਦੇ ਵਿੱਚ ਬੈਠੀਆਂ। ਪਿਤਾ ਦੀ ਥਰਥਰਾਰੀ ਆਵਾਜ਼ ਜਿਹੜੀ ਹੈ ਉਸ ਬਹਾਦਰ ਪਿਤਾ ਦੀ ਹੈ ਜਿਸ ਨੇ 4th ਕਲਾਸ ਦੇ ਵਿੱਚ ਹੋ ਕੇ ਵੀ ਕਿਹਾ ਕਿ ਬੇਟਾ ਤੂੰ ਬਣ ਜੋ ਤੂੰ ਬਣਨਾ ਚਾਹੁੰਦਾ, ਮੈਂ ਤੇਰੇ ਨਾਲ ਹਾਂ। ਚਾਹੇ ਉਹ ਫਿਰ ਲੋਨ ਲੈਣਾ ਪੈ ਰਿਹਾ, ਚਾਹੇ ਕਰਜ਼ਾ ਲੈਣਾ ਪੈ ਰਿਹਾ, ਕਿਉਂਕਿ ਬੇਟਾ ਹੋਣਹਾਰ ਸੀ। ਸਾਰੀ ਰਾਤ ਬੇਟਾ ਪੜ੍ਹ ਰਿਹਾ ਸੀ। ਪਿਤਾ ਨੂੰ ਦਿਖ ਰਿਹਾ ਸੀ ਕਿ ਇਸ ਦੀ ਮਿਹਨਤ ਇੱਕ ਦਿਨ ਰੰਗ ਲਿਆਏਗੀ ਔਰ ਰੰਗ ਲੈ ਕੇ ਵੀ ਆਈ। ਬੇਟੇ ਨੇ ਜਿੱਥੇ ਐਗਜ਼ਾਮ ਦਿੱਤੇ ਟੌਪ ਕੀਤਾ, ਜਿੱਥੇ ਫਾਰਮ ਭਰੇ ਉੱਥੇ ਉਸ ਦਾ ਨੰਬਰ ਆ ਗਿਆ। ਫਰੀਦਕੋਟ ਯੂਨੀਵਰਸਿਟੀ, ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਬਤੌਰ MS ਉਹ ਕੰਮ ਕਰ ਰਹੇ ਸੀ। ਉਸ ਤੋਂ ਬਾਅਦ ਮੈਡੀਕਲ ਕੌਂਸਲ ਆਫ ਇੰਡੀਆ ਦੇ ਵਿੱਚ ਵੀ ਉਹਨਾਂ ਦਾ ਨੰਬਰ ਆ ਗਿਆ। ਸੋ ਹੋਇਆ ਕੀ ਕਿ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਕਿਉਂਕਿ ਮਹਾਮਾਰੀ ਕਰੋਨਾ ਇਹ ਆ ਗਈ ਹੈ। ਉਸ ਤੋਂ ਬਾਅਦ ਇਸ ਡਾਕਟਰ ਦੀ ਡਿਊਟੀ ਬਣਦੀ ਸੀ, ਫਰਜ਼ ਬਣਦਾ ਸੀ ਕਰੋਨਾ ਮਰੀਜ਼ਾਂ ਦਾ ਦੇਖ ਰੇਖ ਇਲਾਜ ਕਰਨ ਦੀ। ਸੋ ਆਪਣੀ ਡਿਊਟੀ ਬਾਖੂਬੀ ਆਪਣਾ ਫਰਜ਼ ਨਿਭਾ ਰਹੇ ਸੀ, ਪਰ ਇਸ ਕਰੋਨਾ ਦੇ ਕਾਲ ਨੇ ਉਹਨਾਂ ਨੂੰ ਵੀ ਆਪਣੇ ਜਬੜੇ ਦੇ ਵਿੱਚ ਲੈ ਲਿਆ। ਕਦੋਂ ਇਹਨਾਂ ਦੀ ਡਿਊਟੀ ਜਿਹੜੀ ਹੈ ਕਰੋਨਾ ਕਾਲ ਦੇ ਵਿੱਚ ਲੱਗੀ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਇਹਨਾਂ ਦੇ ਬਾਰੇ? सर मेरा बेटा यहाँ से छुट्टी काटने के बाद मतलब कोरोना में ड्यूटी के बाद वो मेरे पास यहाँ पर आया था सर। 8 नवंबर को वो यहाँ से गया। 8 में ही जाकर उसका टेस्ट हुआ। टेस्ट की रिपोर्ट उनकी निगेटिव आती है। सुबह मैंने फ़ोन किया, मैं कहा बेटे आपकी रिपोर्ट आ गई कि हाँ पापा मेरी रिपोर्ट निगेटिव आ गई है। 9 तारीख को उसने दिए गए ड्यूटी पे चला गया। 9 नवंबर, 10 नवंबर, 11 नवंबर, 12 नवंबर पे ही ड्यूटी पे था सर मेरा बेटा। ऑन ड्यूटी पे ही उनकी तबीयत ख़राब हुई अचानक। जो वहाँ के डॉक्टर हैं उनके अनुसार कि इनको 1-2 उल्टी आई है, उल्टी के बाद उनकी तबीयत ख़राब हो गई है। उनको वहाँ भर्ती कर लिया गया। मेरे पास जो वहाँ के जो उनके हेड है डॉक्टर सरबजीत सिंह जी, उनका फ़ोन आता है, भैया आपके बेटे की तबीयत ख़राब है और आप जो भी करना है करिए। मैंने मतलब अब एक बेटा बीमार हो गया और मतलब बाप के दिल पे क्या गुजरती है। मेरे पास मतलब पैसे भी नहीं थे उस टाइम पे। मैंने किसी से मतलब 5,000 रुपये उधार लिए। उधार लेकर रात को ही मतलब प्राइवेट एक गाड़ी को फ़ोन किया, मैं कहा भाई ऐसी सी बात है मेरा बेटा बीमार है वहाँ पर चलना है। 4,500 रुपये में मैंने वैन वाला हो गया। मैं उनके पास
4 बजे के रात को ही मैं यहाँ से चल दिया, 12 साढ़े 12 बजे, 4 बजे के आसपास मैं अपने बेटे के पास पहुँच गया था। तो मेरा बेटा कोरोना वार्ड में था, MCH वार्ड जो वहाँ से बना रखा फरीदकोट में, उसमें मेरा बेटा एडमिट था। मेरा बेटा जब मैं गया उस टाइम बैठा हुआ था, देखकर हैरान हो गया कि पापा आप लोग यहाँ पर कैसे आ गए। मैं कहा बेटे आपके सर का फ़ोन गया था मेरे पास, आपकी तबीयत ख़राब है। तो मेरे बेटे को ऑक्सीजन लगी हुई थी, ऑक्सीजन लेवल भी उनका थोड़ा डाउन था, 85 चल रहा था। डॉक्टरों ने बेचारों ने, मेरे सामने की बात है जो भी हुआ है, भरपूर कोशिश करी है, जितनी मेहनत कर सकते थे वहाँ के डॉक्टरों ने अपनी जान लगा दी उसको बचाने के लिए। लेकिन अब अंदर क्या सिस्टम उनका ख़राब हुआ अचानक ही। 12 तारीख पे ड्यूटी पे था, 12 घंटे बाद ही मेरा बेटा मेरी आंखों के सामने बोलता बोलता पापा पापा कि लास्ट आवाज़ उनकी पापा ही थी। वो भी आवाज़ मेरे कानों में गूंजती है जब भी मतलब वो होता है। तो 13 नवंबर को मेरे बेटा मेरी आंखों के सामने चला गया, हाथों में चला गया। ਸੋ ਜਿਸ ਪਿਤਾ ਨੇ ਆਪਣੇ ਬੱਚੇ ਨੂੰ ਗੋਦੀ ਖੜਾਇਆ ਹੁੰਦਾ, ਉਂਗਲ ਫੜ ਕੇ ਚੱਲਣਾ ਸਿਖਾਇਆ ਹੁੰਦਾ, ਉਹ ਪੁੱਤ ਜੇਕਰ ਹੱਥਾਂ ਦੇ ਵਿੱਚ ਚਲਾ ਜਾਵੇ, ਤੁਸੀਂ ਸਮਝ ਸਕਦੇ ਹੋ ਕਿ ਐਡਾ ਦੁੱਖਾਂ ਦਾ ਪਹਾੜ ਇੱਕ ਪਿਤਾ ਦੇ ਉੱਪਰ ਗਿਰ ਜਾਏਗਾ। ਸੋ ਉਹ ਪਹਾੜ ਇਹਨਾਂ ਦੇ ਉੱਤੇ ਗਿਰ ਗਿਆ ਸੀ। ਚਲੋ ਹੁਣ ਇਹਨੂੰ ਕੋਈ ਨਹੀਂ ਟਾਲ ਸਕਦਾ, ਪਰਮਾਤਮਾ ਦਾ ਪਾਣਾ, ਇਸ ਨੂੰ ਮਿੱਠਾ ਕਰਕੇ ਹੀ ਮੰਨਣਾ ਪੈਂਦਾ। ਪਰ ਉਸ ਤੋਂ ਬਾਅਦ ਦੁੱਖ ਇਸ ਗੱਲ ਦਾ ਕਿ ਜਿਨ੍ਹਾਂ ਲਈ ਸਰਕਾਰਾਂ ਲਈ ਲੜ ਰਹੇ ਸੀ ਡਾਕਟਰ ਸਾਹਿਬ, ਔਰ ਜਿਹੜੀਆਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਫਰੰਟ ਲਾਈਨ ਵਾਰੀਅਰਸ ਦੇ ਲਈ, ਫਰੰਟ ਲਾਈਨ ਯੋਧਾਸ ਦੇ ਲਈ ਅਸੀਂ ਖੜੇ ਹਾਂ, ਅਸੀਂ ਅੱਗੇ ਰਹਾਂਗੇ, ਉਹ ਸਰਕਾਰਾਂ ਕਿੱਥੇ ਨੇ? ਉਹਨਾਂ ਦੀ ਕੀ ਕਾਰਜਸ਼ੀਲ ਹੈ? ਕੋਈ ਸਰਕਾਰੀ ਨੁਮਾਇੰਦਾ, ਕੋਈ ਸਰਕਾਰੀ ਮੰਤਰੀ ਸੰਤਰੀ ਕੋਈ ਤੁਹਾਡੇ ਕੋਲ ਆਇਆ ਤੁਹਾਨੂੰ ਮਿਲਣ, ਕਦੇ ਦੁੱਖ ਦਾ ਪ੍ਰਗਟਾਵਾ ਕਰਨ ਲਈ? नहीं सर, क्या सरकार की तरफ से मेरे पास आज तक भी कोई नहीं आया, ना ही कोई विधायक आया, ना ही कोई MLA आया। हमारे जो MP हैं वो भी इनके मतलब इनके लोकल हैं, MLA साहब है वो भी यहाँ के लोकल ही हैं, और ये केस भी पटियाला का लोकल ही है। लेकिन आज तक सरकार की ओर से मेरे पास कोई भी नुमाइंदा नहीं आया है। एक सिर्फ जो बाबा फरीदकोट यूनिवर्सिटी के वाइस चांसलर साहब है डॉक्टर राज बहादुर जी, मैं उनका धन्यवाद करता हूं कि वो कम से कम मेरे घर पर तो आए यहाँ पर शोक के प्रकट करने के लिए। अन्यथा एक सरकार की ओर से आज तक भी किसी या सरकार की ओर से मेरे पास फ़ोन तक भी नहीं आया जी। ਦੁੱਖ ਦੁੱਗਣਾ ਹੋ ਜਾਂਦਾ ਜਦੋਂ ਜਿਹੜੀ ਸਰਕਾਰਾਂ ਦੇ ਆਸਰੇ ਬੰਦੇ ਬੈਠੇ ਹੁੰਦੇ ਆ ਤੇ ਉਹ ਸਰਕਾਰਾਂ ਉਹਦੀਆਂ ਸਾਰ ਨਹੀਂ ਲੈਂਦੀਆਂ। ਇੱਕ ਪਾਸੇ ਜਵਾਨ ਪੁੱਤ ਜੋ ਕਿ ਡਾਕਟਰ ਸੀ, ਮਿਹਨਤਾਂ ਕਰਕੇ ਪੜ੍ਹਾਇਆ ਸੀ, ਉਹ ਚਲਾ ਜਾਂਦਾ, ਦੂਜੇ ਪਾਸੇ ਕੋਈ ਹਮਦਰਦੀ ਦੇ 2 ਲਫ਼ਜ਼ ਬੋਲਣ ਵੀ ਨਹੀਂ ਆਉਂਦਾ। ਕਹਿੰਦੇ MLA ਵੀ ਇੱਥੇ ਦਾ ਹੀ, MP ਵੀ ਇੱਥੇ ਦੀ, ਔਰ ਪਟਿਆਲੇ ਦਾ ਹੀ ਕੇਸ ਹੈ, ਪਰ ਕਿਸੇ ਨੇ ਇੱਕ ਫ਼ੋਨ ਤੱਕ ਨਹੀਂ ਕੀਤਾ। ਸੋ ਇਸ ਪਿਤਾ, ਇਸ ਮਾਂ ਔਰ ਇਸ ਦੀਆਂ ਭੈਣਾਂ ਤੇ ਬੱਚੇ ਦੀ ਕੀ ਬੀਤੇਗੀ? ਕੀ ਇਹ ਪੜ੍ਹ ਲਿਖ ਕੇ ਸਰਕਾਰੀ ਸੇਵਾਵਾਂ ਕਰਨ ਦੇ ਲਈ ਚਲੇ ਜਾਣਗੇ? ਇਹ ਵੱਡਾ ਸਵਾਲ ਹੈ। ਆਖਰ ਸਰਕਾਰਾਂ ਕਿਉਂ ਨਹੀਂ ਇੱਦਾਂ ਦੇ ਕੰਮ ਕਰਦੀਆਂ ਕਿ ਜਦੋਂ ਕੋਈ ਐਸਾ ਹੋਣਹਾਰ ਪੁੱਤ ਚਲਾ ਜਾਂਦਾ ਤਾਂ ਉਸ ਦੇ ਘਰ ਦੇ ਵਿੱਚ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕੀਤਾ ਜਾਂਦਾ? ਬੜੀ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ। ਸੋ ਆਸ਼ਵਾਸਨ ਤਾਂ ਕੀ ਮਿਲਣਾ ਸੀ, ਜਾਂ ਜਿਹੜੇ ਫਰੰਟ ਲਾਈਨ ਵਾਰੀਅਰਸ ਨੂੰ 50 ਲੱਖ ਜਾਂ ਹੋਰ ਨੌਕਰੀਆਂ ਦੀ ਗੱਲਾਂ ਕੀਤੀ ਜਾਂਦੀਆਂ, ਉਹ ਤਾਂ ਕੀ ਮਿਲਣੀਆਂ ਸੀ ਜਦੋਂ ਇਸ ਪਿਤਾ ਦੇ ਹੰਝੂ ਪੂੰਝਣ ਲਈ ਵੀ ਕੋਈ ਨਹੀਂ ਆਇਆ, ਇਸ ਦੇ ਦਰਦ ਦੇ ਵਿੱਚ ਸ਼ਰੀਕ ਹੋਣ ਲਈ ਕੋਈ ਨਹੀਂ ਆਇਆ, ਇਸ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਵਾਲਾ ਕਿ ਫਿਕਰ ਨਾ ਕਰੀਂ ਅਸੀਂ ਤੇਰੇ ਨਾਲ ਹਾਂ, ਕੋਈ ਨਹੀਂ ਆਇਆ। ਤੇ ਬਾਕੀ ਦੀਆਂ ਗੱਲਾਂ ਤਾਂ ਅਸੀਂ ਕੀ ਕਰੀਏ? ਜਿਸ ਤਰ੍ਹਾਂ ਕਿ ਕਿਹਾ ਗਿਆ ਯੂਨੀਵਰਸਿਟੀ ਦੇ ਵਿੱਚ ਜਾਂ ਕਿਤੇ ਹੋਰ ਤੁਸੀਂ ਕਿਹਾ ਮਿਲਣਾ ਹੈ, ਕੋਈ ਫਰੰਟ ਲਾਈਨ ਵਾਰੀਅਰਸ ਦੇ ਲਈ ਬਹੁਤ ਸਾਰੀ ਸਰਕਾਰ ਨੇ ਕਿਹਾ ਹੋਇਆ ਕਿ ਅਸੀਂ ਐਂ ਕਰਾਂਗੇ, ਉਹਦਾ ਕੋਈ ਚਿੱਠੀ ਪੱਤਰ ਜਾਂ ਕੋਈ ਤਾਲਮੇਲ ਹੋਇਆ ਹੋਵੇ? नहीं सर, ऐसा कुछ नहीं, सरकार की तरफ से कुछ नहीं आया मेरे पास। जो भी किया है वहाँ के मतलब मेडिकल कॉलेज के जो वहाँ का स्टाफ है उन्होंने खुद ही सरकार को भेजा था 50 लाख रुपए का मुआवजा के लिए, लेकिन उसको काफ़ी डिले हो गया। फिर मतलब फरीदकोट के सिविल सर्जन जी ने, मतलब पटियाला के सिविल सर्जन साहब ने, वाइस चांसलर ने ये केस रीफाइल किया है सेंट्रल गवर्नमेंट को। अब सेंट्रल गवर्नमेंट तो बहुत दूर की बात है सर, मैं तो स्टेट गवर्नमेंट के पास ही केस गया था, मेरा पहला केस, लेकिन मतलब स्टेट गवर्नमेंट ने कोई भी सुनवाई नहीं किया है। क्या करूँ सर मैं, कुछ कहने के लिए 6 ਮਹੀਨੇ ਹੋ ਗਏ ਹਜੇ ਪਿਓ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਸੁੱਕੇ। ਮੁਆਵਜ਼ਾ ਤਾਂ ਬਹੁਤ ਦੂਰ ਦੀ ਗੱਲ ਹੈ, ਕੋਈ ਦੁੱਖ ਵੀ ਨਹੀਂ ਸਾਂਝਾ ਕਰਨ ਦੇ ਲਈ ਪਹੁੰਚਿਆ। ਸੋ ਉਮੀਦ ਕੀ ਕਰ ਸਕਾਂਗੇ, ਪਰ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਉਮੀਦ ਰੱਖਿਓ। ਸਰਕਾਰਾਂ ਦੁਆਰਾ ਜਿਹੜਾ ਲੇਟ ਹੋ ਜਾਂਦਾ ਕੰਮ, ਪਰ ਹੋ ਸਕਦਾ। ਤੁਸੀਂ ਵੀ ਕੋਸ਼ਿਸ਼ ਕਰੋ, ਮੀਡੀਆ ਵੀ ਕੋਸ਼ਿਸ਼ ਕਰ ਰਿਹਾ, ਤੇ ਜਿਹੜੇ ਸਰਕਾਰੀ ਅਧਿਕਾਰੀ ਆ ਜਿਹੜੇ ਤੁਹਾਨੂੰ ਮਿਲਣ ਆ ਰਹੇ ਆ ਉਹ ਵੀ ਕਰ ਰਹੇ ਆ। ਇੱਕ ਗੱਲ ਸਾਫ਼ ਕਰ ਦਈਏ ਕਿ ਅੰਕਿਤ, ਡਾਕਟਰ ਅੰਕਿਤ ਜੋ ਸਾਡੇ ਵਿੱਚ ਨਹੀਂ ਰਹੇ, स्वर्गीय हैं, वो सरकारी नौकर सी? वो MD कर रहे थे, वहाँ पर सरकारी हॉस्पिटल में थे, वहाँ पर MS कर रहे थे
एमडी कर रहे थे वहाँ पर, तो एक रेजिडेंट डॉक्टर थे वहाँ पर, मेरा बेटा सरकारी थे। राजेंद्र जी कितने साल लाए? यहाँ से 5.5 साल एमबीबीएस किया उन्होंने, 1 साल इंटर्नशिप किया, 4.5 साल एमबीबीएस किया वहाँ। मेरे बेटे का रिकॉर्ड यहाँ भी इतना अच्छा है कि यहाँ के स्टूडेंट ने भी मेरे बेटे का इतना मातम मनाया, मेरे घर पे भी आए हैं, बहुत कुछ किया है। मैं इन सभी स्टूडेंट का बहुत बड़ा आभारी हूँ। जब तक जीऊँगा मैं इनका एहसान नहीं भूल पाऊँगा कि ऐसे का दुख की घड़ी में कम से कम मेरे पास मेडिकल स्टाफ तो खड़ा रहा, लेकिन क्या सरकार की तरफ से मेरे पास कोई नहीं आया। मैं बार बार ही यही बोलूँगा कि सरकार की तरफ से मेरे पास कुछ नहीं आया, कोई भी नुमाइंदा नहीं आया, कोई भी मिलने तक नहीं आया, हाल चाल पूछने तक नहीं आया, कुछ नहीं आया सर। सरकार तो की उम्मीद करते हो, की मंग करते हो? सर मैं सरकार से यही उम्मीद करता हूँ, हाथ जोड़ के अपील करता हूँ मैं कि कम से कम नंबर 1 मेरे बेटे को, जो एक शहीद हुआ है फ्रंट लाइन पे रहता हुआ, कोरोना में ड्यूटी करते हुए शहीद हुआ है, 12 घंटे में ही मेरा बेटा मेरे आंखों सामने चला गया, उसको कम से कम शहीद का दर्जा दिया जाए। नंबर 2, मेरी 2 बेटियां हैं, इनमें से किसी एक को सरकारी नौकरी दी जाए। मैं एक बड़ी मांग नहीं करता, छोटी नौकरी दे दो तब ताकि कम से कम आगे का कुछ तो मेरा बने। नंबर 3, जो सरकार ने जो मतलब मुआवजा की ये कहा हुआ है, उसको जल्दी से जल्दी पूरा किया जाए। जो भी सरकार की तरफ से जो भी मतलब 50 लाख रुपए की मतलब इन्होंने कहा था कि हम 50 लाख रुपया देंगे, कम से कम उसको भी मतलब जल्दी जल्दी दिया जाए। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰੀ ਕੁਆਟਰ ਦੇ ਵਿੱਚ ਰਹਿਣ ਵਾਲਾ 4th ਕਲਾਸ EMPLOYE ਦੀ ਜੌਬ ਕਰਨ ਵਾਲਾ ਵਿਅਕਤੀ ਕਿਸ ਤਰ੍ਹਾਂ ਆਪਣੇ ਮੁੰਡੇ ਨੂੰ ਪੜ੍ਹਾ ਲਿਖਾ ਕੇ ਪੁੱਤਰ ਨੂੰ ਡਾਕਟਰ ਬਣਾਉਂਦਾ, ਕਿੰਨੀ ਉਹਨੂੰ ਮਿਹਨਤ ਕਰਨੀ ਪੈਣੀ ਹੋਣੀ, ਕਿੰਨੀ ਵਾਰ ਢਿੱਡ ਨੂੰ ਗੱਠਾਂ ਮਾਰਨੀਆਂ ਪਈਆਂ ਹੋਣੀਆਂ। 2 ਬੇਟੀਆਂ ਵੀ ਪੜ੍ਹ ਰਹੀਆਂ ਸੀ, ਆਪਣੇ ਵੀ ਖਰਚੇ ਆ, ਹੋਰ ਵੀ ਬੜੇ ਖਰਚੇ ਆ। ਛੋਟੀ ਜੀ ਤਨਖਾਹ ਦੇ ਵਿੱਚੋਂ ਬੱਚੇ ਨੂੰ ਇਸ ਕਰਕੇ ਬਣਾਇਆ ਕਿਉਂਕਿ ਬੱਚਾ ਬੜਾ ਹੋਣਹਾਰ ਸੀ, ਪੜ੍ਹਨ ਲਿਖਣ ਦੇ ਵਿੱਚ ਕਾਬਿਲ ਸੀ, ਅਵਲ ਆ ਰਿਹਾ ਸੀ। ਸੋ ਪਿਤਾ ਨੂੰ ਵੀ ਲੱਗਿਆ ਕਿ ਇਹ ਮੇਰੇ ਲਈ ਕੁਝ ਕਰੂਗਾ, ਇਹ ਮੇਰਾ ਭਵਿੱਖ ਬਣੂਗਾ। ਸੋ ਪਿਤਾ ਨੇ ਵੀ ਆਪਣੀ ਜਾਨ ਲਗਾ ਦਿੱਤੀ ਤੇ ਉਸ ਬੱਚੇ ਨੇ ਉਹੀ ਕਰਕੇ ਦਿਖਾਇਆ ਤੇ ਉਹ ਡਾਕਟਰ ਬਣ ਗਿਆ। ਡਾਕਟਰ ਬਣ ਕੇ ਆਪਣਾ ਫਰਜ਼ ਬਾਖੂਬੀ ਅਦਾ ਕਰ ਰਿਹਾ ਸੀ, ਕਰੋਨਾ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਸਰਕਾਰ ਦੇ ਲਈ, ਪਰ ਉਸ ਨੂੰ ਕਰੋਨਾ ਨੇ ਲਪੇਟ ਲਿਆ ਆਪਣੇ ਜਕੜ ਦੇ ਵਿੱਚ। ਸੋ ਉਹ ਹੋਣਹਾਰ ਡਾਕਟਰ ਅੰਕਿਤ ਕੁਮਾਰ ਸਾਡੇ ਵਿੱਚ ਨਹੀਂ ਰਹੇ। ਪਰ ਪਿਤਾ ਨੂੰ ਦੁੱਖ ਇਸ ਗੱਲ ਦਾ ਵੀ ਬਹੁਤ ਹੈ ਕਿ ਸਰਕਾਰੇ ਦੁਆਰੇ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ। ਅੱਜ ਉਹ ਇਹੀ ਮੰਗ ਕਰਦੇ ਆ ਕਿ ਸਰਕਾਰ ਕੀਤੇ ਹੋਏ ਵਾਅਦੇ ਪੂਰੇ ਕਰੇ, ਉਹਨਾਂ ਦੇ ਪਰਿਵਾਰ 'ਚੋਂ 2 ਬੇਟੀਆਂ 1 ਬੇਟੀ ਨੂੰ ਨੌਕਰੀ ਦੇ ਦੇਵੇ ਅਤੇ ਜਿਹੜਾ ਮੁਆਵਜ਼ੇ ਦੀ ਗੱਲ ਕੀਤੀ ਹੈ ਉਹ ਦੇ ਦੇਵੇ, ਅਤੇ ਨਾਲ ਦੀ ਨਾਲ ਉਹਨਾਂ ਦੇ ਬੇਟੇ ਨੂੰ ਸ਼ਹੀਦ ਦਾ ਦਰਜਾ ਦੇਵੇ, ਕਿਉਂਕਿ ਉਹ ਬੇਟਾ ਕਰੋਨਾ ਵਾਰੀਅਰ ਸੀ, ਫਰੰਟ ਲਾਈਨ ਦੇ ਉੱਤੇ ਲੜ ਰਿਹਾ ਸੀ। ਤੁਸੀਂ ਮਾਂ ਨੂੰ ਦੇਖ ਸਕਦੇ ਹੋ, ਭੈਣਾਂ ਨੂੰ ਦੇਖ ਸਕਦੇ ਹੋ ਜੋ ਕਿ ਬੈਠੀਆਂ, ਜਿਨ੍ਹਾਂ ਦੀ ਅੱਖਾਂ ਹਜੇ ਵੀ ਨਮ ਹੈ। ਬਸ 2 ਸ਼ਬਦ ਇਹਨਾਂ ਦੇ ਨਾਲ ਗੱਲ ਕਰਾਂਗਾ। ਮੈਂ ਅੰਕਿਤ ਦੇ ਮਦਰ ਨਾਲ ਗੱਲ ਕਰ ਲੈਂਦਾ। ਕਿਸ ਤਰ੍ਹਾਂ ਸੋਚਦੇ ਹੋ ਜੀ, ਜਦੋਂ ਅੰਕਿਤ ਅੱਜ ਆਪਣੇ ਵਿੱਚ ਨਹੀਂ ਰਿਹਾ, ਹਮੇਸ਼ਾ ਤੁਹਾਡੇ ਨਾਲ ਪਿਆਰ ਨਾਲ ਬੋਲਦਾ ਸੀ, ਮਿਲਦਾ ਸੀ, ਆਉਂਦਾ ਸੀ, ਇੰਨਾ ਪੜ੍ਹਨ ਲਿਖਣ ਵਾਲਾ ਬੱਚਾ ਸੀ, ਕੀ ਮਹਿਸੂਸ ਹੁੰਦਾ ਅੱਜ? ਨਹੀਂ ਬੋਲ ਸਕਦੀ ਮਾਂ, ਨਹੀਂ ਕਦੇ ਵੀ ਬੋਲ ਸਕਦੀ, ਕਿਉਂਕਿ ਉਸਦਾ ਜਵਾਨ ਪੁੱਤ ਜਿਹਦੇ ਲਈ ਚੋ ਲਾਡ ਹਜੇ ਦਿਲ ਦੇ ਵਿੱਚ ਸੀ, ਉਹ ਕਿੱਥੋਂ ਬੋਲ ਦੂਗੀ, ਕਿਉਂਕਿ ਅੱਜ ਉਸਦਾ ਪੁੱਤ ਉਹਦੇ ਅੱਖਾਂ ਦੇ ਸਾਹਮਣੇ ਨਹੀਂ ਹੈ, ਉਹਦੀ ਬਾਹਾਂ ਦੇ ਵਿੱਚ ਨਹੀਂ ਹੈ। ਮੈਂ ਭੈਣ ਨਾਲ ਗੱਲ ਕਰ ਲੈਂਦਾ, ਕਿਉਂਕਿ ਭੈਣਾਂ ਦਾ ਭਰਾਵਾਂ ਨਾਲ ਬਹੁਤ ਲਗਾਵ ਹੁੰਦਾ। ਸਵਰਗੇ ਡਾਕਟਰ ਅੰਕਿਤ ਕੁਮਾਰ, ਉਹਨਾਂ ਦੀ ਭੈਣ, ਉਸਦਾ ਨਾਮ ਅੰਕਿਤਾ, ਕਿਉਂਕਿ ਭੈਣ ਭਰਾ ਦਾ ਰਿਸ਼ਤਾ ਹੀ ਅਜਿਹਾ ਹੁੰਦਾ, ਬਹੁਤ ਚੋ ਲਾਡ ਹੁੰਦੇ ਆ ਭੈਣ ਭਰਾ ਦੇ ਵਿੱਚ। ਔਰ ਅੰਕਿਤ ਦੀ ਛੋਟੀ ਭੈਣ ਹੈ, ਸੋ ਇਹ ਵੀ ਆਪਣੇ ਭਰਾ ਨੂੰ ਰੱਖੜੀ ਬੰਨ੍ਹਦੀ ਸੀ, ਪਿਆਰ ਕਰਦੀ ਸੀ। ਅੱਜ ਅੰਕਿਤ ਸਾਡੇ ਵਿੱਚ ਨਹੀਂ ਹੈਗੇ, ਤੁਸੀਂ ਕੀ ਸੋਚ ਰਹੇ ਹੋ, ਕਿਸ ਤਰ੍ਹਾਂ ਉਹਨਾਂ ਨੂੰ ਯਾਦ ਕਰਦੇ ਹੋ? मैं बचपन से ही अपने भाई के साथ रही हूँ। वो हमेशा ही मेरे साथ बहुत ही क्लोज था। मुझे हमेशा इंकरेज करता था कि अंकिता पढ़ाई कर, पढ़ाई करके कुछ बड़ी सरकारी नौकरी कर, टीचर बन। मेरे भाई का सपना था कि मैं टीचर बनूँ, इसलिए मैंने टीचिंग लाइन चूज़ करी, इसलिए मैं आज बीएड कर रही हूँ। वो बहुत ही इंटेलिजेंट था, वो हर काम बहुत ही ब्रिलियंट करता था। मेरा भाई हर चीज़ में, सिंगिंग में, क्रिकेट में, हर चीज़ में ब्रिलियंट था, बहुत ज़्यादा। वो कहता था कि अंकिता अगर कुछ बन के दिखाओगी तो ही मेरा नाम रोशन होगा। आज मैं चाहती हूँ कि मेरा भाई का नाम मैं रोशन करूँ। बस ये है कि बस मुझे एक सरकारी नौकरी दी जाए ताकि मैं अपने पापा की आर्थिक मदद कर सकूँ और आगे अपनी बहन का भी खर्चा उठा सकूँ, ताकि मेरे पापा पे ज़्यादा लोड ना आए। जी,
ਸੋ ਸਵਰਗੀ ਡਾਕਟਰ ਅੰਕਿਤ, ਉਹਨਾਂ ਦਾ ਸੁਪਨਾ ਸੀ ਕਿ ਅੰਕਿਤਾ ਜੋ ਕਿ ਉਹਨਾਂ ਦੀ ਛੋਟੀ ਭੈਣ ਹੈ ਉਹ ਪੜ੍ਹ ਲਿਖ ਕੇ ਟੀਚਰ ਬਣੇ, ਸਮਾਜ ਨੂੰ ਅੱਛੀ ਸੇਧ ਦੇਵੇ ਤੇ ਉਜਵਲ ਭਵਿੱਖ ਬਣਾਵੇ। ਸਰਕਾਰ ਨੂੰ ਇਹ ਚਾਹੀਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਇੱਕ ਸਰਕਾਰੀ ਨੌਕਰੀ ਤੇ 50 ਲੱਖ ਰੁਪਇਆ, ਸੋ ਇਸ ਪਰਿਵਾਰ ਦੀ ਇਸ ਥਾਂ ਦੇ ਉੱਤੇ ਮਦਦ ਕੀਤੀ ਜਾਵੇ, ਕਿਉਂਕਿ 6 ਮਹੀਨੇ ਹੋ ਗਏ ਅੱਜ ਤੱਕ ਕੋਈ ਵੀ ਸਰਕਾਰੀ ਸੰਤਰੀ ਮੰਤਰੀ, ਕੋਈ ਸਰਕਾਰੀ ਕਰਮਚਾਰੀ, ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਦੇ ਘਰ ਤੱਕ ਨਹੀਂ ਬੋੜਿਆ, ਇਹਨਾਂ ਦੇ ਦੁੱਖ ਦੇ ਵਿੱਚ ਕੋਈ ਵੀ ਸ਼ਰੀਕ ਨਹੀਂ ਹੋਇਆ। ਸੋ ਇਹਨਾਂ ਦੀ ਪਰਿਵਾਰ ਦੀ ਇਹੀ ਇੱਛਾ ਸੀ ਕਿ ਜਿਸ ਤਰ੍ਹਾਂ ਮੈਡੀਕਲ ਸਟੂਡੈਂਟਸ ਇਹਨਾਂ ਨੂੰ ਆ ਕੇ ਮਿਲੇ, ਡਾਕਟਰਸ ਆ ਕੇ ਮਿਲੇ, ਤੇ ਜੇਕਰ MLA MP ਲੋਕਲ ਨੇ ਤੇ ਉਹ ਵੀ ਅਗਰ ਆ ਕੇ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ, ਇਹਨਾਂ ਦੇ ਮੋਢੇ ਤੇ ਹੱਥ ਰੱਖਦੇ, ਤੇ ਸ਼ਾਇਦ ਇਹਨਾਂ ਦਾ ਦੁੱਖ ਕਿਤੇ ਨਾ ਕਿਤੇ ਘਟਦਾ। ਚਾਹੇ ਬਹੁਤ ਵੱਡਾ ਦੁੱਖ ਹੈ, ਕਦੇ ਘਟ ਨਹੀਂ ਸਕਦਾ, ਪਰ ਫਿਰ ਵੀ ਹੌਸਲਾ ਜ਼ਰੂਰ ਮਿਲਦਾ। ਸੋ ਅਸੀਂ ਵੀ ਇਸ ਪਰਿਵਾਰ ਦੇ ਨਾਲ ਇਹੀ ਅਪੀਲ ਕਰਦੇ ਹਾਂ ਸਰਕਾਰ ਦੇ ਅੱਗੇ ਕਿ ਜੋ ਤੁਸੀਂ ਵਾਅਦੇ ਕੀਤੇ ਹੋ ਜਲਦ ਤੋਂ ਜਲਦ ਨਿਭਾਓ। ਅਜਿਹੇ ਹੋਣਹਾਰ ਪੁੱਤ ਦੇ ਜਾਣ ਦਾ ਵੱਟਾ ਤਾਂ ਨਹੀਂ ਕਦੇ ਹੋ ਸਕਦਾ, ਪਰ ਉਹਨਾਂ ਦੇ ਦੁੱਖ 'ਚ ਅਸੀਂ ਸ਼ਰੀਕ ਹੋ ਸਕਦੇ ਹਾਂ। ਇਸ ਹੋਣਹਾਰ ਧੀ ਨੂੰ ਨੌਕਰੀ ਦਿੱਤੀ ਜਾਵੇ ਤੇ ਨਾਲ ਨਾਲ ਇਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ, ਕਿਉਂਕਿ ਇਹ ਪਰਿਵਾਰ ਆਰਥਿਕ ਤੌਰ ਤੇ ਇੰਨਾ ਸਟਰੋਂਗ ਨਹੀਂ ਹੈ। ਬੜੀ ਮਿਹਨਤ ਮੁਸ਼ੱਕਤ ਦੇ ਨਾਲ ਉਸ ਬੱਚੇ ਨੂੰ, ਸਵਰਗੀ ਡਾਕਟਰ ਅੰਕਿਤ ਨੂੰ ਪੜ੍ਹਾ ਲਿਖਾ ਕੇ ਡਾਕਟਰ ਬਣਾਇਆ ਸੀ, ਜੋ ਕਿ ਕਰੋਨਾ ਦੇ ਵਿੱਚ ਸ਼ਹੀਦ ਹੋ ਗਿਆ। ਸੋ ਪਿਤਾ ਦਾ ਕਹਿਣਾ ਹੈ ਕਿ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ, ਪਟਿਆਲਾ ਤੋਂ।